ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਚਾਰ ਆਰੰਭ ਕੀਤੀ ਹੋਈ ਸੀ, ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਅੱਜ ਆਪਾਂ 180 ਅੰਗ ਦੀ ਸੰਪੂਰਨ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਸਮੂਹ ਸਾਧ ਸੰਗਤ ਨੂੰ ਅੱਜ ਧੰਨ ਧੰਨ ਸ੍ਰੀ ਗੁਰੂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਜੋ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਥਾਪੇ ਗਏ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਜਨਮ ਦਿਨ ਦੀਆਂ, ਧੀਆਂ ਪੁੱਤਰਾਂ ਦੇ ਦਾਨੀ ਬਾਬਾ ਜੀ ਦੀਆਂ ਜਨਮ ਦਿਨ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਭਨਾ ਸੰਗਤਾਂ ਨੂੰ। ਅੱਜ ਆਪਾਂ ਅੱਗੇ 181 ਅੰਗ 'ਤੇ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਜੀ ਦੀ ਵਿਚਾਰ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ, ਕਿਰਪਾ ਕਰਨ, ਨਦਰ ਕਰਨ। ਇਸ ਤੋਂ ਪਹਿਲਾਂ ਆਪਾਂ 180 ਅੰਗ ਦੇ ਅਖੀਰ 'ਤੇ ਗੌੜੀ ਗਰੇਰੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਬਾਣੀ ਉਚਾਰਨ ਜੋ ਕੀਤੀ ਜਾ ਰਹੀ ਹੈ, ਉਹਦੇ ਵਿੱਚ ਮਨ ਮੰਦਰ ਤਨ ਸਾਜੀ ਬਾਰ, ਇਸ ਦੀ ਆਪਾਂ ਵਿਆਖਿਆ ਕਰ ਚੁੱਕੇ ਹਾਂ। ਇਸ ਤੋਂ ਅੱਗੇ ਆਪਾਂ 181 ਅੰਗ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਹਨ। ਇਸ ਹੀ ਮੱਧੇ ਬਸਤ ਅਪਾਰ, ਇਸ ਮਨ ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ ਪੂੰਜੀ ਹੈ। ਇਸ ਹੀ ਭੀਤਰ ਸੁਨੀਅਤ ਸਾਹੋ, ਇਸ ਮਨ ਮੰਦਰ ਦੇ ਵਿੱਚ ਹੀ ਉਹ ਪ੍ਰਭੂ ਸਾਹ ਵਸਦਾ ਸੁਣੀਂਦਾ ਹੈ। ਇਹ ਮਨ ਮੰਦਰ ਹੈ ਆਪਣਾ ਸਰੀਰ, ਇਸ ਵਿੱਚ ਹੀ ਪ੍ਰਭੂ ਸਾਹ ਸੁਣੀਂਦਾ ਹੈ, ਵਸਦਾ ਹੈ। ਕਵਣ ਵਪਾਰੀ ਜਾ ਕਾ ਉਹਾਂ ਵਿਸਾਹੋ, ਕੋਈ ਵਿਰਲਾ ਨਾਮ ਵਣਜਾਰਾ ਭਾਵ ਨਾਮ ਦਾ ਵਪਾਰੀ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿੱਚ ਇਤਬਾਰ ਬਣਿਆ ਹੋਇਆ ਹੈ, ਭਰੋਸਾ ਬਣਿਆ ਹੋਇਆ ਹੈ। ਨਾਮ ਰਤਨ ਕੋ ਬੋਹਾਰੀ, ਜਿਹੜਾ ਕੋਈ ਪਰਮਾਤਮਾ ਦੇ ਨਾਮ ਰਤਨ ਦਾ ਅਸਲ ਵਪਾਰੀ ਹੈ, ਜੋ ਉਸ ਦਾ ਅਸਲ ਵਣਜਾਰਾ ਹੈ। ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਓ, ਉਹ ਆਤਮਿਕ ਜੀਵਨ ਦੇਣ ਵਾਲੇ ਨਾਮ ਭੋਜਨ ਨੂੰ ਹੀ ਆਪਣੀ ਜ਼ਿੰਦਗੀ ਦਾ ਆਹਾਰ ਬਣਾਉਂਦਾ ਹੈ। ਰਹਾਓ ਠਹਿਰ ਜਾਣਾ, ਰੁਕ ਜਾਣਾ। ਮਨ ਤਨ ਅਰਪੀ ਸੇਵ ਕਰੀਜੈ, ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ। ਕਵਣ ਸੋ ਜੁਗਤ ਜਿਤ ਕਰ ਭੀਜੈ, ਉਹ ਕਿਹੜਾ ਵਿਰਲਾ ਪ੍ਰਭੂ ਦਾ ਸੇਵਕ ਹੈ ਜੋ ਮੈਨੂੰ ਵੀ ਨਾਮ ਦਾ ਸੌਦਾ ਕਰਾ ਦੇਵੇ। ਗੁਰੂ ਨਾਨਕ ਅਰਜਨ ਦੇਵ ਜੀ ਮਹਾਰਾਜ ਪ੍ਰਸ਼ਨ ਕਰ ਰਹੇ ਨੇ ਉਸ ਸੇਵਕ ਬਾਰੇ, ਜਿਹੜਾ ਮੈਨੂੰ ਉਸ ਪ੍ਰਭੂ ਦੇ ਨਾਲ ਮਿਲਾ ਦੇਵੇ, ਉਸ ਪ੍ਰਭੂ ਦੇ ਸ਼ਬਦ ਨਾਲ ਮਿਲਾ ਦੇਵੇ, ਉਸ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਨਾ ਕਰੇ, ਪ੍ਰੇਰ ਦੇਵੇ। ਪਾਏ ਲਾਗੋ ਤਜ ਮੇਰਾ ਤੇਰੇ, ਮੇਰ ਤੇਰ ਛੱਡ ਕੇ ਮੈਂ ਉਸ ਦੀ ਪੈਰੀ ਲੱਗਦਾ ਹਾਂ। ਭਾਵ ਆਪਣਾ ਆਪਾ ਗਵਾਉਣਾ, ਆਪਣਾ ਆਪਾ ਤਿਆਗਣਾ, ਮੇਰ ਤੇਰ ਛੱਡ ਦੇਣੀ, ਮੈਂ ਉਸ ਦੇ ਚਰਨੀ ਲੱਗਦਾ, ਪੈਰੀ ਲੱਗਦਾ, ਜੋ ਮੈਨੂੰ ਉਸ ਗੁਰੂ ਦੇ ਸ਼ਬਦ ਨਾਲ ਮਿਲਾਵੇ, ਜੋ ਉਸ ਪ੍ਰਭੂ ਦੇ ਨਾਲ ਮੇਰਾ ਮਿਲਾਪ ਕਰਾ ਦੇਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਨੇ। ਕਵਣ ਸੋ ਜਨ ਸੋ ਸੌਦਾ ਜੋਰੈ, ਮੈਂ ਉਸ ਹਰ ਜਨ ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿਹੜਾ ਤਰੀਕਾ ਹੈ ਜਿਸ ਦੇ ਰਾਹੀਂ ਪ੍ਰਭੂ ਪ੍ਰਸੰਨ ਹੋ ਸਕਦਾ, ਪ੍ਰਭੂ ਖੁਸ਼ ਹੋ ਸਕਦਾ ਹੈ। ਢੰਗ ਤਰੀਕਾ ਜਾਣਨਾ ਚਾਹਨਾ ਮੈਂ ਉਸ ਸੇਵਕ ਤੋਂ। ਮਹਿਲ ਸਾਹਾ ਕਾ ਕਿਨ ਬਿਦ ਪਾਵੈ, ਮੈਂ ਉਸ ਨਾਮ ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ, ਵਣਜਾਰੇ ਤੋਂ ਪੁੱਛਦਾ ਹਾਂ, ਜਿਸ ਨੇ ਉਸ ਮਾਲਕ ਨਾਲ ਮਿਲਾਪ ਕੀਤਾ ਹੈ ਕਿ ਨਾਮ ਰਾਸ ਦੇ ਸ਼ਾਹ ਦਾ ਮਹਿਲ ਮਨੁੱਖ ਕਿਹੜੇ ਤਰੀਕੇ ਨਾਲ ਲੱਭ ਸਕਦਾ ਹੈ, ਭਾਵ ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ, ਉਸ ਤੱਕ ਕਿਸ ਤਰੀਕੇ ਨਾਲ ਪਹੁੰਚਿਆ ਜਾ ਸਕਦਾ ਹੈ। ਕਵਣ ਸੋ ਬਿਦ ਜਿਤ ਭੀਤਰ ਬੁਲਾਵੈ, ਉਹ ਕਿਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ ਵਣਜਾਰੇ ਨੂੰ ਆਪਣੀ ਹਜ਼ੂਰੀ ਵਿੱਚ ਸੱਦਦਾ ਹੈ,
ਭਾਵ ਜੀਵ ਵਣਜਾਰਾ ਵਪਾਰੀ ਇੱਕੋ ਗੱਲ ਹੀ ਹੈ। ਉਸ ਨੂੰ ਆਪਣੀ ਹਜ਼ੂਰੀ ਆਪਣੇ ਅੰਗ ਸੰਗ ਸੱਦਦਾ ਹੈ, ਬੁਲਾਉਂਦਾ ਹੈ, ਮਿਲਦਾ ਹੈ। ਤੂੰ ਵੱਡ ਸਾਹ ਜਾ ਕਹਿ ਕੋਟ ਵਣਜਾਰੇ, ਹੇ ਪ੍ਰਭੂ ਤੂੰ ਸਭ ਤੋਂ ਵੱਡਾ ਹੈ। ਕਰੋੜਾਂ ਜੀਵ ਤੇਰੇ ਵਣਜਾਰੇ ਹਨ, ਭਾਵ ਵਪਾਰੀ ਹਨ। ਕਰੋੜਾਂ ਹੀ ਜੀਵ ਤੇਰੇ ਵਪਾਰ ਤੈਨੂੰ ਲੱਭਣ ਲਈ ਤੇਰਾ ਵਪਾਰ ਕਰ ਰਹੇ ਨੇ, ਦਿਨ ਰਾਤ ਤੇਰੇ ਗੁਣ ਗਾ ਰਹੇ ਨੇ, ਤੈਨੂੰ ਮਿਲਣ ਦੀ ਚਾਹਤ ਵਿੱਚ। ਕਵਨ ਸੋ ਦਾਤਾ ਲੈ ਸੰਚਾਰੈ, ਨਾਮ ਦੀ ਦਾਤ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿੱਚ ਅਪੜਾ ਦੇਵੇ। ਫਿਰ ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ ਕਿ ਉਹ ਕਿਹੜਾ ਵਪਾਰੀ ਹੈ ਜਿਹੜਾ ਮੈਨੂੰ ਤੇਰੇ ਨਾਲ ਮਿਲਾ ਦੇਵੇ, ਤੇਰੇ ਚਰਨਾਂ ਤੱਕ ਅਪੜਾ ਦੇਵੇ, ਤੇਰੇ ਸ਼ਬਦ ਨਾਲ ਮਿਲਾ ਦੇਵੇ, ਤੇਰੀ ਮੱਤ 'ਤੇ ਮੈਨੂੰ ਤੋਰ ਦੇਵੇ। ਕਵਨ ਸੋ ਦਾਤਾ ਲੈ ਸੰਚਾਰੈ, ਖੋਜਤ ਖੋਜਤ ਨਿਜ ਕਰ ਪਾਇਆ। ਜੀਵ ਵਣਜਾਰੇ ਨੇ ਭਾਲ ਕਰਦਿਆਂ ਕਰਦਿਆਂ ਆਪਣਾ ਉਹ ਅਸਲੀ ਘਰ ਲੱਭ ਲਿਆ ਹੈ, ਜਿੱਥੇ ਪ੍ਰਭੂ ਸ਼ਾਹ ਵਸਦਾ ਹੈ। ਭਾਵ ਖੋਜ ਕੇ ਉਸ ਪ੍ਰਭੂ ਦੇ ਨਾਮ ਨੂੰ ਸਿਮਰ ਕੇ, ਭਾਵ ਉਸ ਪਰਮਾਤਮਾ ਦੇ ਗੁਣ ਸਿਫਤ ਸਲਾਹ ਕਰਕੇ, ਉਸ ਦੀ ਮੱਤ 'ਤੇ ਚੱਲ ਕੇ ਉਸ ਪ੍ਰਭੂ ਦਾ ਸ਼ਾਹ ਦਾ ਘਰ ਵਸਦਾ ਜਾਣ ਲਿਆ ਹੈ ਕਿ ਉਹ ਕਿੱਥੇ ਵਸਦਾ ਹੈ। ਅਮੋਲ ਰਤਨ ਸਾਚ ਦਿਖਲਾਇਆ, ਗੁਰੂ ਨੇ ਹੀ ਉਸ ਵਡਭਾਗੀ ਵਣਜਾਰੇ ਨੂੰ ਸਦਾ ਕਾਇਮ ਰਹਿਣ ਵਾਲਾ ਅਮੋਲਕ ਨਾਮ ਰਤਨ ਵਿਖਾਲ ਦਿੱਤਾ ਹੈ। ਕਰ ਕਿਰਪਾ ਜਬ ਮੇਲੈ ਸ਼ਾਹ, ਜਦੋਂ ਵੀ ਸ਼ਾਹ ਪ੍ਰਭੂ ਦੇ ਕਿਰਪਾ ਕਰਕੇ ਕਿਸੇ ਜੀਵ ਵਣਜਾਰੇ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ। ਕਹੋ ਨਾਨਕ ਗੁਰ ਕੈ ਵਸਾਹ, ਹੇ ਨਾਨਕ ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ। ਗੌੜੀ ਮਹੱਲਾ ਪੰਜਵਾਂ ਗੁਰੇਰੀ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਾਂ ਨੂੰ ਗੌੜੀ ਗਰੇਰੀ ਬਾਣੀ ਵਿੱਚ ਕੀ ਸਮਝਾ ਰਹੇ ਨੇ ਅੱਗੇ। ਰਹਿਣ ਦਿਨਸ ਰਹਿ ਇੱਕ ਰੰਗਾ, ਪੂਰੇ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਦਿਨ ਰਾਤ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਹੈ। ਭਾਵ ਉਸ ਦੀ ਸ਼ਬਦ ਵਿੱਚ ਲੀਨ ਰਹਿੰਦਾ ਹੈ, ਗਵਾਚਿਆ ਰਹਿੰਦਾ ਹੈ। ਪ੍ਰਭ ਕੋ ਜਾਣੈ ਸਦ ਹੀ ਸੰਗਾ, ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ ਸੰਗ ਵਸਦਾ ਸਮਝਦਾ ਹੈ। ਠਾਕੁਰ ਨਾਮ ਕੀਓ ਉਨ ਵਰਤਨ, ਉਸ ਮਨੁੱਖ ਪਰਮਾਤਮਾ ਦੇ ਨਾਮ ਨੂੰ ਹੀ ਹਰ ਵੇਲੇ ਵਰਤਣ ਵਾਲੀ ਸ਼ੈ ਜਾਣਿਆ ਹੈ। ਤ੍ਰਿਪਤ ਅਗਾਵਨ ਹਰ ਕੈ ਦਰਸ਼ਨ, ਪਰਮਾਤਮਾ ਦੇ ਦਰਸ਼ਨ ਨਾਲ ਉਹ ਸਦਾ ਤ੍ਰਿਪਤ ਰਹਿੰਦਾ ਹੈ, ਸੰਤੁਸ਼ਟ ਰਹਿੰਦਾ ਹੈ। ਹਰ ਸੰਗ ਰਾਤੈ ਮਨ ਤਨ ਹਰੈ, ਉਹ ਮਨੁੱਖ ਪਰਮਾਤਮਾ ਨਾਮ ਰਤੇ ਰਹਿੰਦੇ ਹਨ, ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ। ਗੁਰ ਪੂਰੇ ਕੀ ਸਰਨੀ ਪਰੈ ਰਹਾਓ, ਜਿਹੜੇ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦੇ ਹਨ। ਰਹਾਓ ਰੁਕ ਜਾਣਾ, ਠਹਿਰ ਜਾਣਾ। ਪੂਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਹਨ ਆਪਣੇ ਪੂਰੇ ਗੁਰੂ। ਚਰਨ ਕਮਲ ਆਤਮ ਆਧਾਰ, ਪੂਰੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ। ਏਕ ਨਿਹਾਰੈ ਆਗਿਆਕਾਰ, ਉਹ ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਸਦਾ ਵੇਖਦੇ ਹਨ। ਪਰਮਾਤਮਾ ਦੇ ਹੁਕਮ ਵਿੱਚ ਹੀ ਉਹ ਸਦਾ ਤੁਰਦੇ ਹਨ। ਏਕੋ ਵਣਜ ਏਕੋ ਵਿਵਹਾਰੀ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਵਪਾਰ ਹੈ। ਪਰਮਾਤਮਾ ਦੇ ਨਾਮ ਹੀ ਉਸ ਸਦਾ ਵਪਾਰੀ ਬਣੇ ਰਹਿੰਦੇ ਹਨ, ਉਸ ਵਪਾਰੀ ਦੇ, ਉਸ ਵਣਜ ਦੇ ਹੀ ਸਦਾ ਵਪਾਰੀ ਬਣੇ ਰਹਿੰਦੇ ਹਨ ਪਰਮਾਤਮਾ ਦੇ ਨਾਮ ਦੇ, ਸ਼ਬਦ ਦੇ। ਅਵਰ ਨਾ ਜਾਣੈ ਬਿਨ ਨਿਰੰਕਾਰੀ, ਪਰਮਾਤਮਾ ਤੋਂ ਬਿਨਾਂ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਉਂਦੇ। ਹਰਖ ਸੋਗ ਦੋਹੂੰ ਤੇ ਮੁਕਤੇ, ਪੂਰੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਖੁਸ਼ੀ ਗਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ। ਭਾਵ ਨਾ ਉਹਨਾਂ ਨੂੰ ਖੁਸ਼ੀ, ਨਾ ਉਹ ਜ਼ਿਆਦਾ ਖੁਸ਼ ਹੁੰਦੇ ਹਨ, ਨਾ ਉਹ ਜ਼ਿਆਦਾ ਗਮੀ ਵਿੱਚ ਰਹਿੰਦੇ ਹਨ। ਸੁਤੰਤਰ ਰਹਿੰਦੇ ਹਨ, ਆਜ਼ਾਦ ਰਹਿੰਦੇ ਹਨ। ਸਦਾ ਅਲਪਤ ਜੋਗ ਅਰ ਜੁਗਤੈ, ਉਹ ਸਦਾ ਮਾਇਆ ਤੋਂ ਨਿਰਲੇਪ ਹਨ, ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ ਜੁਗਤ ਵਾਲੇ ਹੁੰਦੇ ਹਨ। ਦੀਸੈ ਸਭ ਮੈਂ ਸਭ ਤੇ ਰਹਿਤੈ,
ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਵੀ ਦਿਸਦੇ ਹਨ ਅਤੇ ਸਭ ਤੋਂ ਵੱਖਰੇ ਨਿਰਮੋਹ ਵੀ ਦਿਸਦੇ ਹਨ। ਭਾਵ ਸਾਰਿਆਂ ਨੂੰ ਅਲੱਗ ਵੀ ਦਿਖਦੇ ਹਨ ਅਤੇ ਸਭ ਨਾਲ ਪ੍ਰੇਮ ਕਰਦੇ ਵੀ ਦਿਸਦੇ ਹਨ। ਪਾਰ ਬ੍ਰਹਮ ਕਾ ਇਹੋ ਧਿਆਨ ਧਰਤੇ, ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜੀ ਰੱਖਦੇ ਹਨ। ਇਹ ਗੁਰੂ ਸਾਹਿਬ ਉਹਨਾਂ ਸੇਵਕਾਂ ਦੀ, ਉਹਨਾਂ ਮਹਾਂਪੁਰਖਾਂ ਦੀਆਂ ਨਿਸ਼ਾਨੀਆਂ ਦੱਸ ਰਹੇ ਹਨ ਜੋ ਗੁਰੂ ਵਿੱਚ ਮਸਤ ਹਨ, ਗੁਰੂ ਜਿਨ੍ਹਾਂ ਨੂੰ ਪ੍ਰਾਪਤ ਹੈ, ਗੁਰੂ ਨਾਲ ਜਿਨ੍ਹਾਂ ਦਾ ਮਿਲਾਪ ਹੈ। ਸੰਤਨ ਕੀ ਮਹਿਮਾ ਕਵਣ ਵਖਾਨੋ, ਪੂਰੇ ਗੁਰੂ ਦੀ ਸ਼ਰਨ ਪੈਣ ਵਾਲੇ ਉਹਨਾਂ ਸੰਤ ਜਨਾਂ ਦੀ ਮੈਂ ਕਿਹੜੀ ਵਡਿਆਈ ਬਿਆਨ ਕਰਾਂ, ਇਹ ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ। ਅਗਾਧ ਬੋਧ ਕਿਛ ਮਿਤ ਨਹੀਂ ਜਾਣੋ, ਉਹਨਾਂ ਦੀ ਆਤਮਕ ਉਚਤਾ ਮਨੁੱਖੀ ਸੋਚ ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਹੇ ਅਕਾਲ ਪੁਰਖ ਮੇਰੇ ਉੱਤੇ ਕਿਰਪਾ ਕਰ। ਤੂਰ ਸੰਤਨ ਕੀ ਨਾਨਕ ਦੀਜੈ, ਅਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖਸ਼। ਭਾਵ ਉਹਨਾਂ ਦੇ ਆਸ਼ੀਰਵਾਦ, ਉਹਨਾਂ ਦਾ ਮੱਤ, ਉਹਨਾਂ ਦੀ ਸਲਾਹ ਬਖਸ਼, ਉਹਨਾਂ ਦੇ ਸ਼ਬਦ ਨਾਲ ਜੋੜ, ਉਹਨਾਂ ਦੀ ਮੱਤ ਨਾਲ ਜੋੜ। ਗੁਰੂ ਸਾਹਿਬ ਜੀ ਆਪਾਂ ਨੂੰ ਸਮਝਾ ਰਹੇ ਹਨ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਹੇ ਪ੍ਰਭੂ ਤੂੰ ਹੀ ਮੇਰਾ ਸਾਥੀ ਹੈ, ਤੂੰ ਹੀ ਮੇਰਾ ਮਿੱਤਰ ਹੈ। ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ, ਹੇ ਤੂੰ ਹੀ ਮੇਰਾ ਪ੍ਰੀਤਮ ਹੈ, ਮੇਰਾ ਤੇਰੇ ਨਾਲ ਹੀ ਪਿਆਰ ਹੈ। ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਹੇ ਪ੍ਰਭੂ ਤੂੰ ਹੀ ਮੇਰੀ ਇੱਜ਼ਤ ਹੈ, ਤੂੰ ਹੀ ਮੇਰਾ ਗਹਿਣਾ ਹੈ। ਤੁਝ ਬਿਨ ਨਿਮਖ ਨਾ ਜਾਈ ਰਹਿਣਾ, ਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਹੀਂ ਰਹਿ ਸਕਦਾ। ਤੂੰ ਮੇਰਾ ਲਾਲਣ, ਤੂੰ ਮੇਰੇ ਪ੍ਰਾਣ, ਹੇ ਪ੍ਰਭੂ ਤੂੰ ਹੀ ਮੇਰਾ ਸੋਹਣਾ ਲਾਲ ਹੈ, ਤੂੰ ਹੀ ਮੇਰੀ ਜਿੰਦ ਦਾ ਸਹਾਰਾ ਹੈ। ਤੂੰ ਮੇਰਾ ਸਾਹਿਬ, ਤੂੰ ਮੇਰੇ ਖਾਨ ਰਹਾਓ, ਤੂੰ ਹੀ ਮੇਰਾ ਸਾਹਿਬ ਹੈ, ਤੂੰ ਹੀ ਮੇਰਾ ਖਾਨ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਜਿਉਂ ਤੁਮ ਰਾਖੋ ਤਿਵ ਹੀ ਰਹਿਣਾ, ਹੇ ਪ੍ਰਭੂ ਜਿਵੇਂ ਤੂੰ ਮੈਨੂੰ ਰੱਖਦਾ ਹੈ ਤਿਵੇਂ ਹੀ ਮੈਂ ਰਹਿੰਦਾ ਹਾਂ। ਜੋ ਤੁਮ ਕਰੋ ਸੋ ਹੀ ਮੋਹਿ ਕਰਨਾ, ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈ। ਜੈ ਪੇਖੋ ਤਹਿ ਤੁਮ ਬਸਨਾ, ਮੈਂ ਜਿੱਧਰ ਵੇਖਦਾ ਹਾਂ ਉੱਧਰ ਹੀ ਮੈਨੂੰ ਤੂੰ ਹੀ ਵਸਦਾ ਦਿਖਦਾ ਹੈ। ਨਿਰਭਉ ਨਾਮ ਜਪੋ ਤੇਰੇ ਰਸਨਾ, ਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ। ਜਿਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ। ਤੂੰ ਮੇਰੀ ਨਵ ਨਿਧ, ਤੂੰ ਭੰਡਾਰ, ਹੇ ਪ੍ਰਭੂ ਤੂੰ ਹੀ ਮੇਰੇ ਵਾਸਤੇ ਦੁਨੀਆ ਦੇ 9 ਖਜ਼ਾਨੇ ਹੈ, ਤੂੰ ਹੀ ਮੇਰਾ ਖਜ਼ਾਨਾ ਹੈ। ਰੰਗ ਰਸਾ ਤੂੰ ਮਨ ਹੈ ਆਧਾਰ, ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਤੇ ਰਸ ਹੈ, ਤੂੰ ਹੀ ਮੇਰੇ ਮਨ ਦਾ ਸਹਾਰਾ ਹੈ। ਤੂੰ ਮੇਰੀ ਸ਼ੋਭਾ ਤੁਮ ਸੰਗ ਰਚੀਆ, ਹੇ ਪ੍ਰਭੂ ਤੂੰ ਹੀ ਮੇਰੇ ਵਾਸਤੇ ਸ਼ੋਭਾ ਵਡਿਆਈ ਹੈ। ਮੇਰੀ ਸੁਰਤ ਤੇਰੇ ਚਰਨਾਂ ਵਿੱਚ ਹੀ ਜੁੜੀ ਹੋਈ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਤੂੰ ਹੀ ਮੇਰੀ ਓਟ ਹੈ, ਤੂੰ ਹੀ ਮੇਰਾ ਆਸਰਾ ਹੈ। ਮਨ ਤਨ ਅੰਤਰ ਤੂੰ ਹੀ ਧਿਆਇਆ, ਹੇ ਪ੍ਰਭੂ ਮੈਂ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ। ਮਰਮ ਤੁਮਾਰਾ ਗੁਰ ਤੇ ਪਾਇਆ, ਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ, ਗੁਰੂ ਪਾਸੋਂ ਪਾਇਆ ਹੈ। ਸਤਿਗੁਰ ਤੇ ਦ੍ਰਿੜਿਆ ਇੱਕ ਏਕੈ, ਜਿਸ ਮਨੁੱਖ ਨੇ ਗੁਰੂ ਪਾਸੋਂ ਇੱਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿੱਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ। ਨਾਨਕ ਦਾਸ ਹਰ 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 ਟੇਕੈ, ਹੇ ਨਾਨਕ ਉਸ ਸੇਵਕ ਨੂੰ ਸਦਾ ਹਰ ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ
182 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਵਿਆਪਤ ਹਰਖ ਸੋਗ ਵਿਸਥਾਰ, ਕਿਤੇ ਖੁਸ਼ੀ ਗਮੀ ਦਾ ਖਲਾਰਾ ਹੈ। ਵਿਆਪਤ ਸੁਰਗ ਨਰਕ ਅਵਤਾਰ, ਕਿਤੇ ਜੀਵ ਨਰਕਾਂ ਵਿੱਚ ਪੈਂਦੇ ਹਨ, ਕਿਤੇ ਸੁਰਗਾਂ ਵਿੱਚ ਪਹੁੰਚਦੇ ਹਨ। ਵਿਆਪਤ ਧਨ ਨਿਰਧਨ ਪੇਖ ਸੋਭਾ, ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸ਼ੋਭਾ ਹੁੰਦੀ ਵੇਖ ਕੇ ਖੁਸ਼ ਹੁੰਦੇ ਹਨ। ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉੱਤੇ ਪ੍ਰਭਾਵ ਪਾ ਰਹੀ ਹੈ। ਮੂਲ ਵਿਆਧੀ ਵਿਆਪਸ ਲੋਭਾ, ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਹੇ ਪ੍ਰਭੂ ਤੇਰੀ ਰਚੀ ਮਾਇਆ ਅਨੇਕ ਤਰੀਕਿਆਂ ਨਾਲ ਜੀਵ ਉੱਤੇ ਪ੍ਰਭਾਵ ਪਾਈ ਰੱਖਦੀ ਹੈ ਅਤੇ ਆਤਮਕ ਮੋਤੇ ਜੀਵਾਂ ਨੂੰ ਮਾਰ ਦਿੰਦੀ ਹੈ। ਸੰਤ ਜੀਵੈ ਪ੍ਰਭ ਓਟ ਤੁਹਾਰੀ, ਤੁਮਾਰੀ ਓ ਰਹਾਓ। ਤੇਰਾ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ। ਰਹਾਓ ਰੁਕ ਜਾਣਾ। ਵਿਆਪਤ ਅਹਮ ਬੁੱਧ ਕਾ ਮਾਤਾ, ਕਿਤੇ ਕੋਈ ਹੂੰ ਮੈਂ ਦੀ ਅਕਲ ਵਿੱਚ ਮਸਤ ਹੈ। ਵਿਆਪਤ ਪੁੱਤਰ ਕਲੱਤਰ ਸੰਗ ਰਾਤਾ, ਕਿਤੇ ਕੋਈ ਪੁੱਤਰ ਇਸਤਰੀ ਦੇ ਮੋਹ ਵਿੱਚ ਰੱਤਾ ਪਿਆ ਹੈ। ਵਿਆਪਤ ਹਸਤ ਘੋੜੇ ਔਰ ਬਸਤਾ, ਕਿਤੇ ਹਾਥੀ ਘੋੜੇ ਸੁੰਦਰ ਕੱਪੜਿਆਂ ਦੀ ਲਗਨ ਹੈ। ਭਾਵ ਜੋ ਅੱਜ ਕੱਲ੍ਹ ਕਾਰਾਂ ਕੋਠੀਆਂ ਬਸ ਇਹੀ ਘੋੜੇ ਵੀ ਵਿੱਚੇ ਆ ਜਾਂਦੇ ਨੇ। ਕਈਆਂ ਨੂੰ ਸ਼ੌਂਕ ਹੈਗਾ ਘੋੜੇ ਰੱਖਣ ਦਾ ਵੀ ਅੱਜ ਕੱਲ੍ਹ ਵੀ। ਵਿਆਪਤ ਰੂਪ ਜੋਬਨ ਮਦ ਮਸਤਾ, ਕਿਤੇ ਕੋਈ ਰੂਪ ਅਤੇ ਜਵਾਨੀ ਦੇ ਨਸ਼ੇ ਵਿੱਚ ਮਸਤ ਹੈ। ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ। ਵਿਆਪਤ ਭੂਮ ਰੰਕ ਔਰ ਰੰਗਾ, ਕਿਤੇ ਭੋਏ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ। ਵਿਆਪਤ ਗੀਤ ਨਾਦ ਸੁਣ ਸੰਗਾ, ਕਿਤੇ ਮੰਡਲੀਆਂ ਵਿੱਚ ਗੀਤ ਨਾਦ ਸੁਣ ਕੇ ਖੁਸ਼ ਹੋ ਰਹੇ ਹਨ। ਵਿਆਪਤ ਸੇਜ ਮਹਿਲ ਸਿੰਗਾਰ, ਕਿਤੇ ਸੋਹਣੀ ਸੇਜ ਹਾਰ ਸ਼ਿੰਗਾਰ ਅਤੇ ਮਹਿਲ ਮਾੜੀਆਂ ਦੀ ਲਾਲਸਾ ਹੈ। ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ। ਪੰਚ ਦੂਤ ਵਿਆਪਤ ਅੰਧਿਆਰ, ਕਿਤੇ ਮੋਹ ਦੇ ਹਨੇਰੇ ਵਿੱਚ ਕਾਮਦ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ਹੈ। ਵਿਆਪਤ ਕਰਮ ਕਰੇ ਹਉ ਫਾਸਾ, ਕਿਤੇ ਕੋਈ ਹਉਮੈ ਵਿੱਚ ਫਸਿਆ ਹੋਇਆ ਆਪਣੇ ਵੱਲੋਂ ਧਾਰਮਿਕ ਕੰਮ ਕਰ ਰਿਹਾ ਹੈ। ਭਾਵ ਇਹ ਸਾਰੀ ਮਾਇਆ ਹੈ ਜਿਹੜੀ ਜ਼ੋਰ ਪਾ ਰਹੀ ਹੈ। ਵਿਆਪਤ ਗਿਰਸਤ ਵਿਆਪਤ ਉਦਾਸਾ, ਕੋਈ ਗ੍ਰਸਤ ਵਿੱਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿੱਚ ਹੈ। ਆਚਾਰ ਬੁਹਾਰ ਵਿਆਪਤ ਇਹ ਜਾਤ, ਕਿਤੇ ਕੋਈ ਧਾਰਮਿਕ ਰਸਮਾਂ ਵਿੱਚ ਪ੍ਰਵਿਰਤ ਹੈ, ਕੋਈ ਉੱਚੀ ਜਾਤ ਦੇ ਮਾਣ ਵਿੱਚ ਹੈ। ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ, ਪਰਮਾਤਮਾ ਦੇ ਰੰਗ ਵਿੱਚ ਮਗਨ ਹੋਣ ਤੋਂ ਵਾਂਝੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ। ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਮਾਇਆ ਦਾ ਹੀ ਪ੍ਰਭਾਵ ਹੈ, ਜਿਹੜਾ ਆਪਾਂ ਉਚਾਰ ਚੁੱਕੇ ਹਾਂ, ਬੋਲ ਚੁੱਕੇ ਹਾਂ ਹੁਣ ਇਸ ਤੋਂ ਪਹਿਲਾਂ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ। ਜਿਹੜਾ ਉਸ ਮਾਲਕ 'ਤੇ ਜਿਸ 'ਤੇ ਨਜ਼ਰ ਹੁੰਦੀ ਹੈ ਉਸ ਮਾਲਕ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦੀ, ਉਸ ਦੇ ਬੰਧਨ ਮਾਇਆ ਵਾਲੇ ਬੰਧਨ ਸਾਰੇ ਕੱਟ ਦਿੰਦਾ ਮਾਲਕ। ਤਾਂ ਕੋ ਕਹਾਂ ਵਿਆਪੇ ਮਾਏ, ਉਹਨਾਂ ਉੱਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕਹਿ ਨਿਕਟ ਨਾ ਆਵੇ ਮਾਈ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਟੁੱਕ ਸਕਦੀ। ਚਰਨ ਧੂੜ ਭਾਵ ਗੁਰੂ ਦੀ ਸ਼ਬਦ ਨਾਲ ਜੁੜ ਗਏ ਹਨ, ਜੋ ਗੁਰੂ ਦੀ ਮੱਤ 'ਤੇ ਚੱਲਦੇ ਹਨ, ਉਹਨਾਂ ਦੇ ਨੇੜੇ ਮਾਇਆ ਟੁੱਕਦੀ ਨਹੀਂ। ਫਿਰ ਉਸ ਮਨੁੱਖ ਨੂੰ ਮਾਇਆ ਨੇੜੇ ਨਹੀਂ ਟੁੱਕਦੀ। ਇਹ ਸਾਰੀ ਮਾਇਆ ਆਪਾਂ ਬੋਲੀ ਹੈ ਜੋ ਇਹ ਸਾਰੀ ਮਾਇਆ ਹੈ। ਇਸ ਤੋਂ ਪਹਿਲਾਂ ਇੰਨੇ ਤਰੀਕਿਆਂ ਨਾਲ ਪ੍ਰਭਾਵ ਪਾ ਰਹੀ ਮਾਇਆ ਆਪਣੇ ਉੱਪਰ। ਗੋੜੀ ਗਰੇਰੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਇਸ ਬਾਣੀ ਵਿੱਚ ਗੋੜੀ ਗਰੇਰੀ ਵਿੱਚ ਕੀ ਸਮਝਾ ਰਹੇ ਨੇ? ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ,
ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ, ਇਹ ਅੱਖਾਂ ਵਿੱਚ ਨੀਂਦ ਆ ਰਹੀ ਹੈ। ਭਾਵ ਸਰਵਨ ਸੋਏ ਸੁਣ ਨਿੰਦ ਵਿਚਾਰ। ਹੁਣ ਕੰਨਾਂ ਦੀ ਗੱਲ ਕਰ ਰਹੇ ਹੈ। ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ। ਅੱਖਾਂ ਦੇਖ ਦੇਖ ਕੇ ਪਰਾਇਆ ਰੂਪ ਇਹ ਸੁੱਤੀਆਂ ਰਹਿੰਦੀਆਂ ਹਨ, ਅਤੇ ਕੰਨ ਸੁਣ ਸੁਣ ਕੇ ਨਿੰਦਿਆ ਇਹ ਸੁੱਤੇ ਰਹਿੰਦੇ ਹਨ। ਰਸਨਾ ਸੋਈ ਲੋਭ ਮੀਠੇ ਸਾਧ। ਜੀਵ ਖਾਣ ਦੇ ਲੋਭ ਦੇ ਪਦਾਰਥਾਂ ਦੇ ਮਿੱਠੇ ਸਵਾਦ ਵਿੱਚ ਸੁੱਤੀ ਰਹਿੰਦੀ ਹੈ। ਮਨ ਸੋਇਆ ਮਾਇਆ ਬਿਸਮਾਦ। ਮਨ ਮਾਇਆ ਦੇ ਅਚਰਜ ਤਮਾਸ਼ੇ ਵਿੱਚ ਸੁੱਤਾ ਰਹਿੰਦਾ ਹੈ। ਜਿਹੜੇ ਇਹ ਚਰਜ ਤਮਾਸ਼ੇ ਕੌਤਕ, ਇਹ ਮਾਇਆ ਦੇ ਵਿੱਚ ਗੁਰੂ ਦੀ ਅਕਾਲ ਪੁਰਖ ਦੀ ਚੋਜ ਜਿਹੜੀ ਖੇਡ ਤਮਾਸ਼ੇ ਵੇਖ ਕੇ ਮਨ ਸੁੱਤਾ ਰਹਿੰਦਾ ਹੈ। ਇਹ ਸਭ ਉਸ ਦੇ ਖੇਡ ਤਮਾਸ਼ਾ ਬਣਾਇਆ ਹੋਇਆ ਉਸ ਅਕਾਲ ਪੁਰਖ ਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਇਸ ਸਰੀਰ ਘਰ ਵਿੱਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ। ਭਾਵ ਦੋ ਤਰ੍ਹਾਂ ਦਾ ਸੋਣਾ ਹੈ, ਇੱਕ ਤਾਂ ਤਨ ਦਾ ਸੋਣਾ, ਇੱਕ ਮਨ ਦਾ ਸੋਣਾ। ਤਨ ਦੇ ਜਾਗਦੇ ਨੇ, ਪਰ ਮਨ ਦੇ ਸਾਰੇ ਹੀ ਸੁੱਤੇ ਆ। ਗੁਰੂ ਸਾਹਿਬ ਦੀ ਜਿਸ ਦੀ ਬਖਸ਼ਿਸ਼ ਹੁੰਦੀ ਹੈ ਉਹੀ ਮਨ ਤੋਂ ਜਾਗਦਾ ਹੈ, ਵਿਰਲਾ ਸੁਚੇਤ ਮਨੁੱਖ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਇਸ ਸਰੀਰ ਘਰ ਵਿੱਚ ਕੋਈ ਵਿਰਲਾ ਮਨੁੱਖ ਹੀ ਸੁਚੇਤ ਹੈ, ਜਿਹੜਾ ਜਾਗਦਾ ਹੈ ਮਨ ਤੋਂ। ਸਾਬਤ ਵਸਤ ਓਹੇ ਆਪਣੀ ਲਹਿ ਰਹਾਓ। ਜਿਹੜਾ ਸੁਚੇਤ ਰਹਿੰਦਾ ਹੈ ਉਹ ਆਪਣੀ ਆਤਮਿਕ ਜੀਵਨ ਨੂੰ ਸਾਰੀ ਦੀ ਸਾਰੀ ਰਾਸ ਪੂੰਜੀ ਸਾਂਭ ਲੈਂਦਾ ਹੈ। ਰਹਾਓ ਜਿਹੜੇ ਜਾਗਦੇ ਹੁੰਦੇ ਨੇ ਉਹ ਆਪਣਾ ਸੰਭਾਲ ਲੈਂਦੇ ਨੇ ਘਰ। ਜਿਹੜੇ ਸੁੱਤੇ ਪਏ ਹੁੰਦੇ ਨੇ ਚੋਰ, ਉਹਨਾਂ ਦੇ ਘਰ ਲੁੱਟ ਜਾਂਦੇ ਨੇ। ਆਪਾਂ ਮਨ ਤੋਂ ਕਿਵੇਂ ਜਾਗਣਾ? ਗੁਰੂ ਦੇ ਸ਼ਬਦ ਰਾਹੀਂ ਜਾਗ ਸਕਦੇ ਹਾਂ, ਹੋਰ ਕੋਈ ਤਰੀਕਾ ਨਹੀਂ ਹੈ। ਗੁਰੂ ਦੀ ਮੱਤ 'ਤੇ ਚੱਲਿਆ ਹੀ ਆਪਾਂ ਨੂੰ ਸੋਝੀ ਆ ਸਕਦੀ ਹੈ, ਹੋਰ ਕੋਈ ਢੰਗ ਤਰੀਕਾ ਨਹੀਂ। ਸਗਲ ਸਹੇਲੀ ਆਪਣੇ ਰਸ ਮਾਤੀ। ਸਾਰੇ ਗਿਆਨ ਇੰਦਰੇ ਆਪੋ ਆਪਣੇ ਚਸਕਿਆਂ ਵਿੱਚ ਮਸਤ ਰਹਿੰਦੇ ਹਨ। ਗਿਰਹਿ ਆਪਣੇ ਕੀ ਖਬਰ ਨਾ ਜਾਤੀ। ਆਪਣੇ ਸਰੀਰ ਘਰ ਵਿੱਚ ਇਹ ਸੂਝ ਨਹੀਂ ਰੱਖਦੇ। ਮੂਸਨਹਾਰ ਪੰਚ ਬਟਵਾਰੈ। ਠੱਗਣ ਵਾਲੇ ਪੰਜੇ ਡਾਕੂ। ਸੁਣੇ ਨਗਰ ਪਰੇ ਠੱਗ ਹਾਰੈ। ਸੁੰਝੇ ਸਰੀਰ ਘਰ ਵਿੱਚ ਹੱਲਾ ਬੋਲਦੇ ਹਨ। ਇਹ ਪੰਜ ਡਾਕੂ ਜਿਹੜੇ ਅੰਦਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹੀ ਹੱਲਾ ਬੋਲ ਰਿਹਾ ਅੰਦਰੋਂ। ਇਹਨਾਂ ਦਾ ਪਤਾ ਨਹੀਂ ਕਿਹੜੇ ਪਾਸੇ ਤੁਰ ਜਾਣਾ। ਇਹ ਤਾਂ ਗੁਰੂ ਦੇ ਸ਼ਬਦ ਦੇ ਰਾਹੀਂ ਕਾਬੂ ਆ ਸਕਦੇ ਨੇ। ਇਹਨਾਂ ਨੂੰ ਕਾਬੂ ਕਰਨਾ ਉਹ ਗੁਰੂ ਸਾਹਿਬ ਦੀ ਨਾਲ ਨਜ਼ਰ ਵੀ ਜ਼ਰੂਰੀ ਹੈ। ਪੜ੍ਹਿਆਂ ਵੀ ਇਹ ਕਾਬੂ ਨਹੀਂ ਆਉਂਦੇ। ਜਦੋਂ ਤੱਕ ਗੁਰੂ ਸਾਹਿਬ ਦੀ ਬਖਸ਼ਿਸ਼ ਨਾ ਹੋਵੇ ਤਦ ਤੱਕ ਇਹ ਕਾਬੂ ਨਹੀਂ ਆਉਂਦੇ। ਅਤੇ ਜਗ ਮੇ ਉੱਤਮ ਕਾਢੀਐ ਬਿਰਲੇ ਕਈ ਕੇ। ਟਾਵੇਂ ਟਾਵੇਂ ਹੀ ਮਨੁੱਖ ਹਨ ਜਿਨ੍ਹਾਂ ਨੇ ਇਹਨਾਂ ਵਿਕਾਰਾਂ ਨੂੰ ਕਾਬੂ ਕੀਤਾ ਹੈ। ਉਹ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਜਿਨ੍ਹਾਂ 'ਤੇ ਹੋਈ ਹੈ। ਉਨ ਤੇ ਰਾਖੈ ਬਾਪ ਨਾ ਮਾਈ। ਇਹਨਾਂ ਪੰਜਾਂ ਡਾਕੂਆਂ ਤੋਂ ਨਾ ਪਿਓ ਬਚਾ ਸਕਦਾ ਹੈ, ਨਾ ਮਾਂ ਬਚਾ ਸਕਦੀ ਹੈ। ਉਨ ਤੇ ਰਾਖੇ ਮੀਤ ਨਾ ਪਾਈ। ਇਹਨਾਂ ਤੋਂ ਨਾ ਕੋਈ ਮਿੱਤਰ ਬਚਾ ਸਕਦਾ ਹੈ, ਨਾ ਕੋਈ ਭਰਾ ਬਚਾ ਸਕਦਾ ਜਿਹੜੇ ਅੰਦਰ ਬੈਠੇ ਨੇ। ਦਰਬ ਸਿਆਣਪ ਨਾ ਓਏ ਰਹਤੇ। ਉਹ ਪੰਜੇ ਡਾਕੂ ਨਾ ਧਨ ਨਾਲ ਵਰਜਦੇ ਹਨ, ਜਾ ਸਕਦੇ ਹਨ। ਵਰਜਾਏ ਭਾਵ ਨਾ ਤਾਂ ਇਹਨਾਂ ਨੂੰ ਧਨ ਨਾਲ ਵਰਚਾਇਆ ਜਾ ਸਕਦਾ ਹੈ, ਨਾ ਚਤਰਾਈ ਨਾਲ ਵਰਜਿਆ ਜਾ ਸਕਦਾ ਹੈ। ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਉਹ ਪੰਜੇ ਦੁਸ਼ਟ ਸਿਰਫ ਸਾਧ ਸੰਗਤ ਵਿੱਚ ਰਹਿ ਕੇ ਹੀ ਕਾਬੂ ਵਿੱਚ ਆਉਂਦੇ ਹਨ। ਬਾਦ ਗੁਰੂ ਦੀ ਸ਼ਬਦ ਵਿੱਚ ਜੁੜ ਕੇ ਹੀ ਕਾਬੂ ਆਉਂਦੇ ਹਨ। ਕਿ ਸਾਧ ਸੰਗਤ ਜੋ ਗੁਰੂ ਦੀਆਂ ਸ਼ਬਦ ਵਿੱਚ ਜੁੜੀਆਂ ਰੂਹਾਂ ਨਾਲ ਮਿਲਾਪ ਰੱਖਦੇ ਹਨ, ਉਹੀ ਇਹਨਾਂ ਨੂੰ ਕਾਬੂ ਕਰ ਸਕਦੇ ਹਨ। ਕਰ ਕਿਰਪਾ ਮੋਹੇ ਸਾਰੰਗ ਪਾਣ। ਹੇ ਤਨੁਖ ਧਾਰੀ ਪ੍ਰਭੂ ਮੇਰੇ ਉੱਤੇ ਕਿਰਪਾ ਕਰ। ਸੰਤਨ ਧੂੜ ਸਰਬ ਨਿਧਾਨ। ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇ, ਇਹੀ ਮੇਰੇ ਵਾਸਤੇ ਸਾਰੇ ਖਜ਼ਾਨੇ ਹਨ। ਸੰਤ ਚਰਨਾਂ ਦੀ ਧੂੜ ਭਾਵ ਮੈਨੂੰ ਆਪਣੇ ਸ਼ਬਦ ਨਾਲ ਜੋੜ, ਆਪਣੀ ਸ਼ਬਦ ਆਪਣੀ ਮੱਤ 'ਤੇ ਤੋਰ। ਇਹੀ ਸਾਰੇ ਮੇਰੇ ਵਾਸਤੇ ਸਾਰੇ ਖਜ਼ਾਨੇ ਹਨ। ਸਾਬਤ ਪੂੰਜੀ ਸਤਿਗੁਰ ਸੰਗ। ਗੁਰੂ ਦੀ ਸੰਗਤ ਵਿੱਚ ਰਿਹਾ ਆਤਮਿਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ। ਨਾਨਕ ਜਾਗੈ ਪਾਰ ਬ੍ਰਹਮ ਕੇ ਸੰਗ। ਪ੍ਰਮਾਤਮਾ ਦਾ ਸੇਵਕ ਨਾਨਕ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ।
ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ। ਇਹ ਪੰਜ ਵਿਕਾਰ ਜਿਹੜੇ ਬੈਠੇ ਨੇ ਆਪਣੇ ਅੰਦਰ, ਡਾਕੂ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਬਚਣ ਲਈ ਇਹ ਸ਼ਬਦ ਦੇ ਨਾਲ ਹੀ ਜਿਹੜਾ ਰੰਗਿਆ ਰਹਿੰਦਾ ਹੈ, ਸ਼ਬਦ ਦੀ ਸਿਫਤ ਸਲਾਹ ਕਰਦਾ ਰਹਿੰਦਾ, ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਰਹਿੰਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹੀ ਇਹਨਾਂ ਹੱਲਿਆਂ ਤੋਂ ਬਚਿਆ ਰਹਿੰਦਾ ਹੈ। ਸੋ ਜਾਗੇ ਜਿਸ ਪ੍ਰਭ ਕਿਰਪਾਲ, ਅਤੇ ਜਿਸ 'ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ। ਕਾਮਦ ਪੰਜਾਂ ਡਾਕੂਆਂ ਦੇ ਹੱਲਿਆਂ ਵੱਲੋਂ ਉਹੀ ਮਨੁੱਖ ਸੁਚੇਤ ਰਹਿੰਦੇ ਹਨ ਜਿਸ 'ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਕਿਰਪਾ ਕਰਦਾ, ਨਦਰ ਕਰਦਾ, ਉਹੀ ਬਚ ਸਕਦਾ ਹੈ। ਇਹ ਪੂੰਜੀ ਸਾਬਤ ਤਨ ਮਾਲ ਰਹਾਓ ਦੂਜਾ, ਉਸ ਦੀ ਆਤਮਿਕ ਜੀਵਨ ਦੀ ਇਹ ਰਾਸ ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ। ਉਸ ਦੇ ਪਾਸ ਪ੍ਰਭੂ ਦਾ ਨਾਮ ਧਨ ਸਰਮਾਇਆ ਬਚਿਆ ਰਹਿੰਦਾ ਹੈ। ਰਹਾਓ ਦੂਜਾ, ਰੁਕ ਜਾਣਾ, ਠਹਿਰ ਜਾਣਾ। ਗੋੜੀ ਗਰੇਰੀ ਮਹੱਲਾ ਪੰਜਵਾਂ। ਅੱਗੇ ਗੋੜੀ ਗਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਕੀ ਸਮਝਾ ਰਹੇ ਹਨ। ਵਿਆਕੈ ਵਸ ਖਾਨ ਸੁਲਤਾਨ, ਦੁਨੀਆ ਦੇ ਖਾਨ ਤੇ ਸੁਲਤਾਨ ਵੀ ਜਿਸ ਪਰਮਾਤਮਾ ਦੇ ਅਧੀਨ ਹਨ। ਜਾਕੈ ਵਸ ਹੈ ਸਗਲ ਜਹਾਨ, ਸਾਰਾ ਜਗਤ ਹੀ ਜਿਸ ਦੇ ਹੁਕਮ ਵਿੱਚ ਹੈ। ਜਾਕਾ ਕੀਆ ਸਭ ਕਿਛ ਹੋਏ, ਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ ਜਗਤ ਵਿੱਚ ਸਭ ਕੁਛ ਹੁੰਦਾ ਹੈ। ਜਿਸ ਤੇ ਬਾਹਰ ਨਾਹੀ ਕੋਏ, ਉਸ ਪਰਮਾਤਮਾ ਤੋਂ ਕੋਈ ਵੀ ਜੀਵ ਆਕੀ ਨਹੀਂ ਹੈ, ਭਾਵ ਉਸ ਦੇ ਹੁਕਮ ਦੇ ਬਾਹਰ ਕੋਈ ਵੀ ਨਹੀਂ ਹੈ। ਕਹੋ ਬਨੰਤੀ ਆਪਣੇ ਸਤਿਗੁਰ ਪਾਹੇ, ਆਪਣੇ ਗੁਰੂ ਪਾਸ ਬੇਨਤੀ ਕਰ। ਕਾਜ ਤੁਮਾਰੇ ਦੇਹ ਨਿਭਾਏ ਰਹਾਓ, ਗੁਰੂ ਤੇਰੇ ਕਾਜ ਭਾਵ ਕੰਮ ਜਨਮ ਮਨੋਰਥ ਪੂਰੇ ਕਰ ਦੇਵੇਗਾ, ਭਾਵ ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੇਗਾ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਸਭ ਤੇ ਜਦੋਂ ਉਸ ਦੇ ਅੱਗੇ ਬੇਨਤੀ ਰਜੋਈ ਮਿੰਨ ਤਰਲਾ ਕਰਾਂਗੇ ਉਹ ਸੁਣ ਲੈਂਦਾ ਹੈ ਗੁਰੂ। ਸਭ ਤੇ ਊਚ ਜਾ ਕਾ ਦਰਬਾਰ, ਜਿਸ ਪਰਮਾਤਮਾ ਦਾ ਦਰਬਾਰ ਦੁਨੀਆ ਦੇ ਸਾਰੇ ਸ਼ਾਹਾਂ ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ ਹੈ, ਸ਼ਾਨਦਾਰ ਹੈ। ਸਗਲ ਭਗਤ ਜਾ ਕਾ ਨਾਮ ਆਧਾਰ, ਸਾਰੇ ਭਗਤਾਂ ਦੀ ਜ਼ਿੰਦਗੀ ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ। ਸਰਬ ਵਿਆਪਤ ਪੂਰਨ ਧਨੀ, ਜਿਹੜਾ ਮਾਲਕ ਪ੍ਰਭੂ ਸਭ ਜੀਵਾਂ ਨੇ ਆਪਣਾ ਪ੍ਰਭਾਵ ਰੱਖਦਾ ਹੈ, ਸਭ ਜੀਵਾਂ 'ਤੇ ਆਪਣਾ ਪ੍ਰਭਾਵ ਰੱਖਦਾ ਹੈ, ਸਭ ਵਿੱਚ ਵਿਆਪਕ ਹੈ। ਜਾ ਕੀ ਸ਼ੋਭਾ ਘਟ ਘਟ ਬਣੀ, ਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਜੀਵ ਸਰੀਰ ਵਿੱਚ ਫੱਬਣ ਵਿਖਾ ਰਹੀ ਹੈ। ਉਸ ਦਾ ਨਾਮ ਸਦਾ ਸਿਮਰ, ਉਸ ਨੂੰ ਯਾਦ ਕਰ। ਜਿਸ ਸਿਮਰਤ ਦੁੱਖ ਡੇਰਾ ਟਹੇ, ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ। ਜਿਸ ਸਿਮਰਤ ਜਮ ਕਿਛ ਨਾ ਕਹੇ, ਜਿਸ ਦਾ ਸਿਮਰਿਆ, ਜਿਸ ਨੂੰ ਸਿਮਰਿਆ, ਜਿਸ ਨੂੰ ਯਾਦ ਕਰਿਆ ਮੌਤ ਦਾ ਡਰ ਪੋ ਨਹੀਂ ਸਕਦਾ, ਭਾਵ ਮੌਤ ਦਾ ਡਰ ਸਤਾਉਂਦਾ ਨਹੀਂ। ਜਿਸ ਸਿਮਰਤ ਹੋਤ ਸੁੱਕੇ ਹਰੇ, ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਉਸ ਨੂੰ ਯਾਦ ਕੀਤਿਆਂ ਨਿਰਦਈ ਮਨੁੱਖ ਨਰਮ ਦਿਲ ਹੋ ਜਾਂਦੇ ਹਨ। ਜਿਹੜੇ ਪੱਥਰ ਦਿਲ ਇਨਸਾਨ ਨੇ ਉਹ ਵੀ ਨਰਮ ਹੋ ਜਾਂਦੇ ਨੇ ਉਸ ਮਾਲਕ ਦਾ ਸਿਮਰਨ ਕਰਨ ਨਾਲ, ਉਸ ਨੂੰ ਯਾਦ ਕਰਨ ਨਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 183 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਜਿਸ ਸਿਮਰਤ ਡੁੱਬਤ ਪਾਹਣ ਤਰੇ, ਜਿਸ ਦਾ ਨਾਮ ਸਿਮਰਿਆ ਪੱਥਰ ਦਿਲ ਮਨੁੱਖ ਕਠੋਰਤਾ ਤੇ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦਾ ਹੈ। ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਉਸ ਦਾ ਨਾਮ ਸਿਮਰ, ਭਾਵ ਉਸ ਨੂੰ ਯਾਦ ਕਰ, ਉਸ ਦੀ ਸਿਫਤ ਸਲਾਹ ਕਰ। ਸੰਤ ਸਭਾ ਕੋ ਸਦਾ ਜੈਕਾਰ, ਸਾਧ ਸੰਗਤ ਅੱਗੇ ਸਦਾ ਸਿਰ ਨਵਾਓ। ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ ਗੁਰਮੁਖਾਂ ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ। ਉਹਨਾਂ ਦੀ ਸੰਗਤ ਵਿੱਚ ਤੈਨੂੰ ਵੀ ਹਰ ਨਾਮ ਦੀ ਪ੍ਰਾਪਤੀ ਹੋਵੇਗੀ, ਭਾਵ ਜਿਹੜੇ ਉਹ ਗੁਰੂ ਦੇ ਸ਼ਬਦ ਵਿੱਚ ਜੁੜੀਆਂ ਰੂਹਾਂ ਦੀ ਸੰਗਤ ਕਰ, ਫਿਰ ਤੈਨੂੰ ਉਸ ਮਾਲਕ ਦੀ ਪ੍ਰਾਪਤੀ ਹੋਵੇਗੀ। ਸੰਤ ਕਹੋ ਨਾਨਕ ਮੇਰੀ ਸੁਣੀ ਅਰਦਾਸ, ਨਾਨਕ ਆਖਦਾ ਹੈ ਕਿ ਹੇ ਕਰਤਾਰ ਨੇ ਉਸ ਦੀ ਬੇਨਤੀ ਸੁਣ ਲਈ ਹੈ। ਸੰਤ ਪ੍ਰਸਾਦ ਮੋਕੋ ਨਾਮ ਨਿਵਾਸ,
ਤੇ ਉਸ ਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿੱਚ ਟਿਕਾ ਦਿੱਤਾ ਹੈ। ਭਾਵ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ, ਆਪਣਾ ਕੰਪਾਊਂਡਰ ਰੱਖ ਲਿਆ ਹੈ, ਕਿਉਂਕਿ ਮੈਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਭ ਤੋਂ ਵੱਡਾ ਡਾਕਟਰ ਮੰਨਦਾ ਹਾਂ, ਜਿਸ ਨੇ ਮੈਨੂੰ ਪਾਗਲ ਨੂੰ ਸਹੀ ਕੀਤਾ ਹੈ। ਹੁਣ ਉਸਨੇ ਮੈਨੂੰ ਆਪਣਾ ਕੰਪਾਊਂਡਰ ਰੱਖ ਲਿਆ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਸਤਿਗੁਰੂ ਦਰਸ਼ਨ ਅਗਨ ਨਿਵਾਰੀ। ਗੁਰੂ ਦੇ ਦੀਦਾਰ ਦੀ ਬਰਕਤ ਨਾਲ ਮਨੁੱਖ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਸਤਿਗੁਰ ਭੇਟਤ ਹਉਮੈ ਮਾਰੀ। ਗੁਰੂ ਨੂੰ ਮਿਲ ਕੇ ਆਪਣੇ ਮਨ ਵਿੱਚੋਂ ਹਉਮੈ ਮਾਰ ਲੈਂਦਾ ਹੈ। ਸਤਿਗੁਰੂ ਸੰਗ ਨਾਹੀਂ ਮਨ ਡੋਲੈ। ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਦਾ ਮਨ ਵਿਕਾਰਾਂ ਵਾਲੇ ਪਾਸੇ ਡੋਲਦਾ ਨਹੀਂ। ਅੰਮ੍ਰਿਤ ਬਾਣੀ ਗੁਰਮੁਖ ਬੋਲੈ। ਕਿਉਂਕਿ ਗੁਰੂ ਦੀ ਸ਼ਰਨ ਪੈ ਕੇ ਮਨੁੱਖ ਆਤਮਿਕ ਜੀਵਨ ਦੇਣ ਵਾਲੀ ਗੁਰਬਾਣੀ ਵਿਚਾਰਦਾ ਰਹਿੰਦਾ ਹੈ। ਸਭ ਜਗ ਸਾਚਾ ਜਾ ਸੱਚ ਮਹਿ ਰਾਤੈ। ਜਦੋਂ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ, ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈਦਾ ਹੈ, ਜਦੋਂ ਸਦਾ ਸਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ। ਜਦੋਂ ਗੁਰੂ ਭਾਵ ਗੁਰੂ ਆਪਣਾ ਸ਼ਬਦ ਹੈ, ਜਦੋਂ ਗੁਰੂ ਦੇ ਸ਼ਬਦ ਨਾਲ ਆਪਣੀ ਸਾਂਝ ਡੂੰਘੀ ਪੈ ਜਾਂਦੀ ਹੈ, ਉਸ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਈਦਾ ਹੈ। ਸ਼ੀਤਲ ਸਾਤ ਗੁਰ ਤੇ ਪ੍ਰਭ ਜਾਤੇ ਰਹਾਓ। ਤਦੋਂ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ, ਤਦ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤਦ ਸਾਰਾ ਜਗਤ ਸਦਾ ਸਥਿਰ ਪਰਮਾਤਮਾ ਦਾ ਰੂਪ ਦਿਸਦਾ ਹੈ, ਸਭ ਵਿੱਚ ਉਹ ਮਾਲਕ ਦਿਸਦਾ ਹੈ। ਰਹਾਓ ਰੁਕ ਜਾਣਾ, ਠਹਿਰ ਜਾਣਾ। ਸੰਤ ਪ੍ਰਸਾਦ ਜਪੇ ਹਰ ਨਾਉ। ਗੁਰੂ ਦੀ ਕਿਰਪਾ ਨਾਲ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ। ਸੰਤ ਪ੍ਰਸਾਦ ਹਰ ਕੀਰਤਨ ਗਾਓ। ਗੁਰੂ ਦੀ ਕਿਰਪਾ ਨਾਲ ਹੀ ਹਰ ਕੀਰਤਨ ਦਾ ਗਾਇਨ ਕਰਦਾ ਹੈ। ਸੰਤ ਪ੍ਰਸਾਦ ਸਗਲ ਦੁੱਖ ਮਿਟੇ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਤਿਗੁਰ ਦੀ ਕਿਰਪਾ ਨਾਲ ਮਨੁੱਖ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ। ਸੰਤ ਪ੍ਰਸਾਦ ਬੰਧਨ ਤੇ ਛੂਟੇ। ਕਿਉਂਕਿ ਗੁਰੂ ਦੇ ਮਿਹਰ ਨਾਲ ਮਨੁੱਖ ਮਾਇਆ ਦੇ ਮੋਹ ਤੋਂ, ਬੰਧਨਾਂ ਤੋਂ ਖਲਾਸੀ ਪਾ ਲੈਂਦਾ ਹੈ। ਸੰਤ ਕਿਰਪਾ ਤੇ ਮਿਟੇ ਮੋਹ ਭਰਮ। ਗੁਰੂ ਦੀ ਕਿਰਪਾ ਨਾਲ ਮਾਇਆ ਦਾ ਮੋਹ ਤੇ ਮਾਇਆ ਦੀ ਖਾਤਰ ਭਟਕਣਾ ਦੂਰ ਹੋ ਜਾਂਦਾ ਹੈ। ਜਿਹੜੀ ਭਟਕਣਾ ਲੱਗੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਗੁਰੂ ਦੀ ਕਿਰਪਾ ਨਾਲ। ਜਿਹੜੀ ਭੱਜ ਦੌੜ ਹੈ ਉਹ ਖਤਮ, ਸ਼ਾਂਤੀ ਹੋ ਜਾਂਦੀ, ਮਨ ਟਿਕ ਜਾਂਦਾ ਹੈ। ਸਾਧ ਰੇਨ ਮੰਜਣ ਸਭ ਧਰਮ। ਗੁਰੂ ਦੀ ਚਰਨਾਂ ਦੀ ਧੂੜੀ ਦਾ ਇਸ਼ਨਾਨ ਹੀ ਸਾਰੇ ਧਰਮਾਂ ਦਾ ਸਾਰ ਹੈ। ਗੁਰੂ ਦੇ ਸ਼ਬਦ ਵਿੱਚ ਜੁੜਨਾ ਹੀ ਗੁਰੂ ਦੇ ਚਰਨਾਂ ਦੀ ਧੂੜੀ ਹੈ, ਗੁਰੂ ਦੀ ਮੱਤ 'ਤੇ ਚੱਲਣਾ। ਸਾਧ ਕਿਰਪਾਲ ਦਿਆਲ ਗੋਬਿੰਦ। ਜਿਸ ਮਨੁੱਖ ਉੱਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਦਇਆਵਾਨ ਹੁੰਦੇ ਹਨ, ਉਹਨਾਂ ਦੇ ਪਰਮਾਤਮਾ ਦੀ ਦਇਆਵਾਨ ਹੋ ਜਾਂਦਾ ਹੈ। ਸਾਧਾਂ ਮੈਂ ਇਹ ਹਮਰੀ ਜਿੰਦ। ਮੇਰੀ ਜਿੰਦ ਵੀ ਗੁਰਮੁਖਾਂ ਦੇ ਚਰਨਾਂ ਵਿੱਚ ਹੀ ਵਾਰਨੇ ਜਾਂਦੀ ਹੈ। ਜਿਹੜੇ ਗੁਰੂ ਦੇ ਪਿਆਰੇ ਹਨ, ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਨ, ਗੁਰੂ ਨਾਲ ਜੁੜੀਆਂ ਰੂਹਾਂ ਨਾਲ ਮੇਰਾ ਵੀ ਉਹਨਾਂ ਤੋਂ ਵਾਰਨੇ ਜਾਂਦਾ ਹਾਂ, ਉਹਨਾਂ ਤੋਂ ਸਦਕੇ ਜਾਂਦਾ ਹਾਂ। ਕਿਰਪਾ ਨਿਧ ਕਿਰਪਾਲ ਧਿਆਵੋ। ਸਾਧ ਸੰਗ ਤਾਂ ਬੈਠਣ ਪਾਵੋ। ਗੁਰੂ ਦੀ ਮਿਹਰ ਨਾਲ ਜਦੋਂ ਮੈਂ ਕਿਰਪਾ ਦੇ ਖਜ਼ਾਨੇ, ਕਿਰਪਾਲ ਦੇ ਘਰ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਸਾਧ ਸੰਗਤ ਵਿੱਚ ਮੇਰਾ ਜੀ ਪਰਚਦਾ ਹੈ, ਜੀ ਲੱਗ ਜਾਂਦਾ ਹੈ। ਮੋਹੇ ਨਿਰਗੁਣ ਕੋ ਪ੍ਰਭ ਕੀਨੀ ਦਇਆ। ਮੈਂ ਗੁਣਹੀਨ ਉੱਤੇ ਪ੍ਰਭੂ ਨੇ ਦਇਆ ਕੀਤੀ ਹੈ। ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਉਸ ਮਾਲਕ ਨੇ ਕਿਰਪਾ ਕਰਕੇ ਮੈਨੂੰ ਗੁਣਹੀਨ ਬਣਾਤਾ, ਗੁਣਾਂ ਵਾਲਾ ਬਣਾ ਦਿੱਤਾ। ਸਾਧ ਸੰਗ ਨਾਨਕ ਨਾਮ ਲਿਆ। ਤਾਂ ਹੇ ਨਾਨਕ, ਸਾਧ ਸੰਗਤ ਵਿੱਚ ਮੈਂ ਪ੍ਰਭੂ ਦਾ ਨਾਮ ਜਪਣ ਲੱਗ ਪਿਆ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸਾਧ ਸੰਗ ਜਪਿਓ ਭਗਵੰਤ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਵਿੱਚ ਭਗਵਾਨ ਦਾ ਸਿਮਰਨ ਕੀਤਾ ਹੈ, ਭਗਵਾਨ ਨੂੰ ਯਾਦ ਕੀਤਾ, ਉਹਦੀ ਸਿਫਤ ਸਲਾਹ ਕੀਤੀ ਹੈ, ਕੇਵਲ ਨਾਮ ਦਿਓ ਗੁਰਮੰਤ। ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ, ਤਜ ਅਭਿਮਾਨ ਭਏ ਨਿਰਵੈਰ। ਉਹ ਮੰਤਰ ਦੀ ਬਰਕਤ ਨਾਲ ਉਹ ਹੰਕਾਰ ਛੱਡ ਕੇ ਨਿਰਵੈਰ ਹੋ ਗਏ, ਭਾਵ ਡਰ ਰਹਿਤ ਹੋ ਗਏ।
ਹੰਕਾਰ ਵਿੱਚੋਂ ਨਿਕਲ ਗਿਆ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਰਹਿ ਗਿਆ। ਆਠ ਪਹਿਰ ਪੂਜੈ ਗੁਰ ਪੈਰ, ਅਠੇ ਪਹਿਰ ਹਰ ਵੇਲੇ ਗੁਰੂ ਦੇ ਪੈਰ ਪੂਜੋ। ਭਾਵ ਗੁਰੂ ਦੇ ਪੈਰ ਪੂਜਣਾ, ਗੁਰੂ ਦੀ ਸ਼ਬਦ ਵਿਚਾਰ ਕਰਨਾ ਹੈ। ਗੁਰੂ ਦੀ ਸ਼ਬਦ ਦੀ ਵਿਚਾਰ ਕਰੋ, ਉਸ ਦੀ ਸਿਫਤ ਸਲਾਹ ਕਰੋ, ਉਸ ਦੀ ਮੱਤ 'ਤੇ ਚਲੋ, ਗੁਰੂ ਦੇ ਉਪਦੇਸ਼ 'ਤੇ ਚੱਲਣਾ, ਉਸ ਦੀ ਮੱਤ 'ਤੇ ਚੱਲਣਾ। ਅਬ ਮਤ ਬਿਨਸੀ ਦੁਸ਼ਟ ਬਿਗਾਨੀ, ਤਦ ਤੋਂ ਹੀ ਮੇਰੀ ਭੈੜੀ ਅਤੇ ਬੇਸਮਝੀ ਵਾਲੀ ਮੱਤ ਦੂਰ ਹੋ ਗਈ ਹੈ। ਜਦੋਂ ਦਾ ਮੈਂ ਉਸ ਗੁਰੂ ਦੇ ਸ਼ਬਦ ਨਾਲ ਜੁੜਿਆ ਹਾਂ, ਗੁਰੂ ਦੀ ਮੱਤ 'ਤੇ ਚੱਲਣ ਲੱਗਿਆ। ਜਬ ਤੇ ਸੁਣਿਆ ਹਰ ਜਸ ਕਾਨੀ ਰਹਾਓ, ਜਦੋਂ ਤੋਂ ਪਰਮਾਤਮਾ ਦੀ ਸਿਫਤ ਸਲਾਹ ਮੈਂ ਕੰਨੀ ਸੁਣੀ ਹੈ, ਰਹਾਓ ਰੁਕ ਜਾਣਾ, ਠਹਿਰ ਜਾਣਾ। ਸਹਿਜ ਸੁਖ ਆਨੰਦ ਨਿਧਾਨ, ਜਿਨ੍ਹਾਂ ਮਨੁੱਖਾਂ ਨੇ ਹਰ ਜਸ ਕੰਨੀ ਸੁਣਿਆ ਹੈ, ਆਤਮਕ ਅਡੋਲਤਾ ਸੁਖ ਆਨੰਦ ਦੇ ਖਜ਼ਾਨੇ। ਰਾਖਣਹਾਰ ਰੱਖ ਲੇ ਨਿਧਾਨ, ਰੱਖਣਹਾਰ ਪਰਮਾਤਮਾ ਨੇ ਆਖਰ ਉਹਨਾਂ ਦੀ ਸਦਾ ਰੱਖਿਆ ਕੀਤੀ ਹੈ। ਦੁੱਖ ਦਰਦ ਬਿਨਸੇ ਪੈ ਭਰਮ, ਉਹਨਾਂ ਦੇ ਦੁੱਖ ਦਰਦ ਡਰ ਵਹਿਮ ਸਾਰੇ ਨਾਸ ਹੋ ਜਾਂਦੇ ਹਨ। ਆਵਣ ਜਾਣ ਰੱਖੇ ਕਰ ਕਰਮ, ਪਰਮਾਤਮਾ ਮਿਹਰ ਕਰਕੇ ਉਹਨਾਂ ਦੇ ਜਨਮ ਮਰਨ ਦੇ ਗੇੜ ਵੀ ਮੁਕਾ ਦਿੰਦਾ ਹੈ। ਪੇਖੇ ਬੋਲੇ ਸੁਣੇ ਸਭ ਆਪ, ਹੇ ਮੇਰੇ ਮਨ, ਜਿਹੜਾ ਪਰਮਾਤਮਾ ਹਰ ਥਾਂ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਵੇਖਦਾ ਹੈ, ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ। ਸਦਾ ਸੰਗ ਤਾਂ ਕੋ ਮਨ ਜਾਪ, ਜਿਹੜਾ ਹਰ ਵੇਲੇ ਤੇਰੇ ਅੰਗ ਸੰਗ ਹੈ, ਉਸ ਦਾ ਭਜਨ ਕਰ, ਉਸ ਦਾ ਜਾਪ ਕਰ, ਉਸ ਦੀ ਸਿਫਤ ਸਲਾਹ ਕਰ। ਸੰਤ ਪ੍ਰਸਾਦ ਭਇਓ ਪਰਗਾਸ, ਉਸ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਿਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ। ਪੂਰ ਰਹੇ ਏਕੈ ਗੁਣਤਾਸ, ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਇੱਕ ਪਰਮਾਤਮਾ ਦੀ ਹਰ ਥਾਂ ਵਿਆਪਕ ਦਿਸਦਾ ਹੈ। ਕਹਿਤ ਪਵਿੱਤ ਸੁਣਤ ਪਨੀਤ ਗੁਣ ਗੋਵਿੰਦ, ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗੋਵਿੰਦ ਗਾਵਤ ਨਿਤ ਨੀਤ। ਉਹ ਮਨੁੱਖ ਸਿਫਤ ਸਲਾਹ ਕਰਨ ਵਾਲੇ ਅਤੇ ਸਿਫਤ ਸਲਾਹ ਸੁਣਨ ਵਾਲੇ ਸਭੇ ਪਵਿੱਤਰ ਜੀਵ ਵਾਲੇ ਬਣ ਜਾਂਦੇ ਹਨ, ਜਿਹੜੇ ਸਦਾ ਗੋਬਿੰਦ ਦੇ ਗੁਣ ਗਾਉਂਦੇ ਹਨ, ਉਸ ਦੀ ਸਿਫਤ ਸਲਾਹ ਕਰਦੇ ਹਨ। ਕਹੋ ਨਾਨਕ ਜਾ ਕੋ ਹੋਹੋ ਕਿਰਪਾਲ, ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਜਿਸ ਜਨ ਕੀ ਸਭ ਪੂਰਨ ਕਾਲ, ਤਿਸ ਜਨ ਕੀ ਸਭ ਪੂਰਨ ਕਾਲ, ਉਹ ਤੇਰੀ ਸਿਫਤ ਸਲਾਹ ਕਰਦਾ ਹੈ, ਉਸ ਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ ਵਿੱਚ ਗੌੜੀ ਗੁਰੇਰੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਨੇ। ਸ਼ਹੀਦਾਂ ਦੇ ਸਰਤਾਜ। ਬੰਧਨ ਤੋੜ ਬੁਲਾਵੈ ਰਾਮ, ਗੁਰੂ ਮਨੁੱਖ ਦੇ ਮਾਇਆ ਦੇ ਮੋਹ ਦੇ ਬੰਧਨ ਤੋੜ ਕੇ ਉਸ ਪਾਸੋਂ ਪਰਮਾਤਮਾ ਦਾ ਸਿਮਰਨ ਕਰਾਉਂਦਾ ਹੈ, ਭਾਵ ਸਿਫਤ ਸਲਾਹ ਕਰਾਉਂਦਾ ਹੈ। ਮਨ ਮੈਂ ਲਾਗੈ ਸਾਚ ਧਿਆਨ, ਮਿਟੇ ਕਲੇਸ਼ ਸੁਖੀ ਹੋਏ ਰਹੀਐ। ਜਿਸ ਮਨੁੱਖ ਉੱਤੇ ਗੁਰੂ ਮਿਹਰ ਕਰਦਾ ਹੈ, ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਸ ਦੇ ਮਨ ਵਿੱਚ ਪ੍ਰਭੂ ਚਰਨਾਂ ਦੀ ਅਟੱਲ ਸੁਰਤ ਬੱਝ ਜਾਂਦੀ ਹੈ, ਉਸ ਦੇ ਸ਼ਬਦ ਨਾਲ ਜੁੜ ਜਾਂਦਾ ਹੈ। ਗੁਰੂ ਦੀ ਸ਼ਰਨ ਪਿਆ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਸੁਖੀ ਜੀਵਨ ਵਾਲਾ ਹੋ ਜਾਈਦਾ ਹੈ। ਐਸਾ ਦਾਤਾ ਸਤਿਗੁਰੂ ਕਹੀਐ, ਸੋ ਗੁਰੂ ਇਹੋ ਜਿਹਾ ਉੱਚੀ ਦਾਤ ਬਖਸ਼ਣ ਵਾਲਾ ਕਿਹਾ ਜਾਂਦਾ ਹੈ। ਸੋ ਸੁਖ ਦਾਤਾ ਜੇ ਨਾਮ ਜਿਤਾਵੈ, ਉਹ ਸਤਿਗੁਰੂ ਆਤਮ ਆਨੰਦ ਦੀ ਦਾਤ ਬਖਸ਼ਣ ਵਾਲਾ ਹੈ, ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਾਉਂਦਾ ਹੈ। ਕਰ ਕਿਰਪਾ ਤਿਸ ਸੰਗ ਮਿਟਾਵੈ ਰਹਾਉ, ਅਤੇ ਮਿਹਰ ਕਰਕੇ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ। ਰਹਾਉ ਰੁਕ ਜਾਣਾ, ਠਹਿਰ ਜਾਣਾ। ਜਿਸ ਹੋਏ ਦਿਆਲ ਤਿਸ ਆਪ ਮਿਲਾਵੈ, ਪਰ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋਵੇ, ਉਸ ਨੂੰ ਆਪ ਹੀ ਉਹ ਗੁਰੂ ਮਿਲਾਉਂਦਾ ਹੈ। ਸਰਬ ਨਿਧਾਨ ਗੁਰ ਤੇ ਪਾਵੈ, ਉਹ ਮਨੁੱਖ ਫਿਰ ਗੁਰੂ ਪਾਸੋਂ ਆਤਮਿਕ ਜੀਵਨ ਦੇ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ। ਆਪ ਤਿਆਗ ਮਿਟੇ ਆਵਣ ਜਾਣਾ, ਉਹ ਗੁਰੂ ਦੀ ਸ਼ਰਨ ਪੈ ਕੇ ਆਪਾ ਭਾਵ ਤਿਆਗ ਦਿੰਦਾ ਹੈ ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸਾਧ ਕੇ ਸੰਗ ਪਾਰ ਬ੍ਰਹਮ ਪਛਾਨਾ,
ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਭਾਵ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਔਰ ਉਸ ਨਾਲ ਡੂੰਘੀ ਸਾਂਝ, ਉਸ ਦਾ ਗਿਆਨ ਹਾਸਲ ਕਰ ਲੈਂਦਾ ਹੈ, ਉਸ ਦੇ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ। ਜਨ ਉੱਪਰ ਪ੍ਰਭ ਭਏ ਦਿਆਲ, ਗੁਰੂ ਸ਼ਰਨ ਦੀ ਬਰਕਤ ਨਾਲ ਪ੍ਰਭੂ ਦੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਆਪਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ 183 ਅੰਗ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਗੁਰੂ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਅੱਗੇ 184 ਅੰਗ ਦੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ, ਕਿਉਂਕਿ ਵੀਡੀਓ ਕੱਟ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਆਪਣੀ ਮੈਮਰੀ ਫੁੱਲ ਹੋ ਜਾਂਦੀ ਹੈ। ਗੁਰੂ